नई उड़ान बाई संदीप शर्मा चैनल ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਦੋਸਤੋ ਮੈਨੂੰ ਅਕਸਰ ਤੁਹਾਡੇ ਫੋਨ ਕਾਲਸ ਜਾਂ ਮੈਸੇਜ ਆਉਂਦੇ ਰਹਿੰਦੇ ਨੇ ਵੀ ਸਰ ਤੁਸੀਂ ਵਰਲਡ ਹਿਸਟਰੀ ਦੇ ਕੁਝ ਨਾ ਕੁਝ ਬਣਾਓ, ਕਿਉਂਕਿ ਵਰਲਡ ਹਿਸਟਰੀ ਜੋ ਕਿ ਪੰਜਾਬੀ ਵਿੱਚ ਤੁਹਾਨੂੰ ਕਿਸੇ ਵੀ YouTube ਚੈਨਲ ਤੋਂ ਨਹੀਂ ਮਿਲ ਰਹੀ। ਸੋ ਦੋਸਤੋ ਤੁਹਾਡੇ ਪਹਿਲਾਂ ਤਾਂ ਤੁਹਾਡੇ ਪਿਆਰ ਦਾ ਸਤਿਕਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਇਸ ਚੈਨਲ ਨੂੰ ਬਹੁਤ ਪਿਆਰ ਕੀਤਾ ਤੇ ਇਹ ਚੈਨਲ ਮੈਂ ਇਸੇ ਕਰਕੇ ਚਲਾਇਆ ਸੀ ਤਾਂ ਜੋ ਮੈਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰ ਸਕਾਂ। ਸੋ ਆਪਾਂ ਹੁਣ ਗੱਲ ਕਰਦੇ ਹਾਂ ਪੁਨਰ ਜਾਗਰਣ ਦੇ ਕਾਲ ਬਾਰੇ। ਇਹ ਵਿਸ਼ਵ ਇਤਿਹਾਸ ਅਸੀਂ ਕਰਨ ਜਾ ਰਹੇ ਹਾਂ। ਵਿਸ਼ਵ ਇਤਿਹਾਸ ਦੇ ਵਿੱਚ ਪੁਨਰ ਜਾਗਰਣ ਦਾ ਜੋ ਚੈਪਟਰ ਹੈਗਾ ਉਹ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਸ ਨੂੰ ਨਾ ਸਮਝੇ ਤਾਂ ਤੁਹਾਨੂੰ ਵਰਲਡ ਹਿਸਟਰੀ ਬਿਲਕੁਲ ਸਮਝ ਨਹੀਂ ਆਵੇਗੀ। ਸੋ ਅਸੀਂ ਗੱਲ ਕਰਦੇ ਹਾਂ ਪੁਨਰ ਜਾਗਰਣ ਦਾ ਕਾਲ ਦੇ ਬਾਰੇ। ਸੋ ਪੁਨਰ ਜਾਗਰਣ ਜੋ ਕਾਲ ਸੀਗਾ ਇਹ ਸੀਗਾ 1300 ਈਸਵੀ ਤੋਂ 1600 ਈਸਵੀ ਤੱਕ ਦਾ। ਠੀਕ ਹੈ ਜੀ, ਪੁਨਰ ਜਾਗਰਣ ਦਾ ਜੋ ਕਾਲ ਸੀਗਾ 1300 ਈਸਵੀ ਤੋਂ 1600 ਈਸਵੀ ਤੱਕ ਦਾ ਇਸਦਾ ਸਮਾਂ ਸੀਗਾ। ਹੁਣ ਪੁਨਰ ਜਾਗਰਣ ਨੂੰ ਇੱਕ ਵਰਡ ਵਰਤਿਆ ਜਾਂਦਾ ਹੈ ਰਨੇਸਾ ਵਰਡ ਵਰਤਿਆ ਜਾਂਦਾ ਹੈ। ਪੁਨਰ ਜਾਗਰਣ ਦੇ ਲਈ ਇੱਕ ਵਰਡ ਵਰਤਿਆ ਜਾਂਦਾ ਹੈ ਰਨੇਸਾ, ਜਿਸ ਦਾ ਕੀ ਮਤਲਬ ਹੈ, ਇਹ ਸ਼ਬਦ ਹੈ ਕਿਹੜੀ ਭਾਸ਼ਾ ਦਾ? ਫਰਾਂਸੀਸੀ ਭਾਸ਼ਾ ਦਾ ਇਹ ਸ਼ਬਦ ਹੈ ਤੇ ਇਸ ਦਾ ਮਤਲਬ ਕੀ ਹੁੰਦਾ ਹੈ? ਬੌਧਿਕ ਜਾਗਰਣ। ਠੀਕ ਹੈ ਜੀ, ਮਤਲਬ ਬੁੱਧੀ ਦਾ ਜਾਗਣਾ। ਤੇ ਪੁਨਰ ਜਾਗਰਣ ਦਾ ਜਿਹੜਾ ਵਰਡ ਅਸੀਂ ਪੜ੍ਹਦੇ ਹਾਂ ਤਾਂ ਅਕਸਰ ਇਹ ਸਾਡੇ ਧਿਆਨ 'ਚ ਆਉਂਦਾ ਵੀ ਪੁਨਰ ਜਾਗਰਣ ਦਾ ਮਤਲਬ ਕੀ। ਦੇਖੋ, ਜਦੋਂ ਅਸੀਂ ਇੱਕ ਵਾਰ ਸੌ ਜਾਂਦੇ ਹਾਂ ਵੀ ਜੇਕਰ ਸਾਨੂੰ ਕੋਈ ਉਠਾ ਦਿੰਦਾ ਹੈ ਤਾਂ ਉਹ ਸਾਡਾ ਕੀ ਮੰਨਿਆ ਜਾਂਦਾ ਹੈ? ਜਾਗਰਣ। ਜਦੋਂ ਫਿਰ ਅਸੀਂ ਸੌ ਜਾਂਦੇ ਹਾਂ ਤੇ ਸਾਨੂੰ ਕੋਈ ਫਿਰ ਉਠਾ ਦੇਵੇ ਤਾਂ ਅਸੀਂ ਉਸ ਨੂੰ ਕੀ ਕਹਾਂਗੇ? ਪੁਨਰ ਜਾਗਰਣ। ਮਤਲਬ ਇੱਕ ਦੂਸਰੀ ਵਾਰ ਫਿਰ ਉੱਠਣਾ, ਪੁਨਰ ਜਾਗਰਣ, ਜੋ ਕਿ ਸਾਡੇ ਯੂਰਪ ਦੇ ਵਿੱਚ ਹੋਇਆ ਪੁਨਰ ਜਾਗਰਣ। ਸੋ ਉਸਦੇ ਕਈ ਕਾਰਨ ਵੀ ਸੀ। ਪੁਨਰ ਜਾਗਰਣ ਨੂੰ ਆਪਾਂ ਸਮਝ ਲਈਏ ਵੀ ਹੈ ਕੀ ਸੀ। ਪੁਨਰ ਜਾਗਰਣ ਦਾ ਮਤਲਬ ਇਹ ਸੀਗਾ, ਫਰਗੂਸਨ ਇੱਕ ਇਤਿਹਾਸਕਾਰ ਹੋਇਆ, ਉਹਨਾਂ ਨੇ ਇਹ ਦੱਸਿਆ ਹੈਗਾ ਵੀ ਜੋ ਸੁਸਾਇਟੀ ਦੇ ਵਿੱਚ ਖਾਸ ਕਰਕੇ ਯੂਰਪ ਦੇ ਵਿੱਚ ਜੋ ਪੋਜ਼ਿਟਿਵ ਚੇਂਜ ਆਏ ਉਸਨੇ ਕੀ ਕਿਹਾ ਹੈਗਾ? ਪੁਨਰ ਜਾਗਰਣ। ਠੀਕ ਹੈ ਜੀ, ਉਸਦੇ ਵਿੱਚ ਕਾਰਨ ਸੀ ਪੁਨਰ ਜਾਗਰਣ ਦੇ ਹੋਣ ਦੇ, ਜਿਵੇਂ ਕਿ ਤਰਕ ਸ਼ਕਤੀ ਦਾ ਵਿਕਾਸ ਹੋਇਆ। ਦੇਖੋ, ਲੋਕਾਂ ਦੀ ਜੋ ਪੋਪ ਦੇ ਪ੍ਰਤੀ ਸ਼ਰਧਾ ਸੀ ਉਹ ਬਿਲਕੁਲ ਖਤਮ ਹੋਈ। ਲੋਕਾਂ ਨੇ ਆਪਣੀ ਤਰਕ ਸ਼ਕਤੀ ਨਾਲ ਸੋਚਣਾ ਸ਼ੁਰੂ ਕਰ ਦਿੱਤਾ, ਲੋਕਾਂ ਨੇ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਲੋਕਾਂ ਨੇ ਜੋ ਸੰਸਾਰ ਦੇ ਵਿੱਚ ਸੁੱਖ ਸੁਵਿਧਾਵਾਂ ਸੀ ਉਹਨਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਹੌਲੀ ਹੌਲੀ ਉਹਨਾਂ ਦੀ ਤਰਕ ਸ਼ਕਤੀ ਦਾ ਵਿਕਾਸ ਹੋਇਆ। ਫਿਰ ਇਹ ਕਈ ਸਾਡੇ ਇਤਿਹਾਸਕਾਰ ਪੁਨਰ ਜਾਗਰਣ ਨੂੰ ਸੰਸਕ੍ਰਿਤਿਕ ਵਿਕਾਸ ਵੀ ਕਹਿੰਦੇ ਨੇ। ਸੰਸਕ੍ਰਿਤਿਕ ਵਿਕਾਸ ਦਾ ਮਤਲਬ ਇਹ ਹੈ ਵੀ ਜਦੋਂ ਲੋਕ ਆਪਣੀ ਸੰਸਕ੍ਰਿਤੀ ਨਾਲ ਪਿਆਰ ਕਰਨ, ਠੀਕ ਹੈ, ਉਹ ਕਿਸੇ ਪਿੱਛੇ ਨਾ ਲੱਗਣ। ਜਿਵੇਂ ਅਸੀਂ ਪੂਰਬੀ ਲੋਕ ਖਾਸ ਕਰਕੇ ਪੱਛਮ ਦੀ ਅਸੀਂ ਨਕਲ ਕਰਦੇ ਹਾਂ। ਸੋ ਜਦੋਂ ਲੋਕ ਇਹ ਜਾਣਨ ਵੀ ਸਾਡੀ ਸੰਸਕ੍ਰਿਤੀ ਵੀ ਮਹਾਨ ਹੈ ਤਾਂ ਫਿਰ ਸਾਡਾ ਕੀ ਹੁੰਦਾ ਹੈ? ਸੰਸਕ੍ਰਿਤਿਕ ਵਿਕਾਸ ਹੁੰਦਾ। ਇਸੇ ਤਰ੍ਹਾਂ ਯੂਰਪ ਦੇ ਵਿੱਚ ਸੰਸਕ੍ਰਿਤਿਕ ਵਿਕਾਸ ਨੂੰ ਪੁਨਰ ਜਾਗਰਣ ਵੀ ਕਿਹਾ ਜਾਂਦਾ ਹੈ। ਫਿਰ ਹੈ ਜੀ ਵਿਗਿਆਨਿਕ ਵਿਚਾਰ। ਜਦੋਂ ਲੋਕਾਂ ਨੇ ਜੋ ਧਾਰਮਿਕ ਮਿੱਥ ਸੀਗੇ ਲੋਕਾਂ ਦੇ, ਜੋ ਪੋਪ ਨੇ ਪੂਰੇ ਯੂਰਪ ਵਿੱਚ ਪੋਪ ਦੀ ਸੱਤਾ ਸੀਗੀ ਉਸ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਦੇ ਵਿੱਚ ਕੀ ਹੋਇਆ? ਵਿਗਿਆਨਿਕ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਗਏ ਸੀ। ਸੋ ਇਹ ਜੋ ਸਾਰੀਆਂ ਗੱਲਾਂ ਨੇ, ਸਾਡੀ ਤਰਕ ਸ਼ਕਤੀ ਦਾ ਵਿਕਾਸ ਹੋ ਜਾਣਾ, ਸਾਡੇ ਅੰਦਰ ਵਿਗਿਆਨਿਕ ਜੋ ਵਿਚਾਰ ਹੈ ਉਹ ਪੈਦਾ ਹੋ ਜਾਣੇ, ਤਾਂ ਇਹ ਸਾਰੀ ਚੀਜ਼ਾਂ ਅਸੀਂ ਕੀ ਕਹਿ ਸਕਦੇ ਹਾਂ? ਪੁਨਰ ਜਾਗਰਣ ਕਹਿ ਸਕਦੇ ਹਾਂ। ਦੇਖੋ, ਪੁਨਰ ਜਾਗਰਣ ਸਮਾਂ ਨੋਟ ਕਰ ਲਓ 1300 ਤੋਂ 1600। ਇੱਕ 1453 ਤੱਕ ਸਾਡੇ ਇਤਿਹਾਸਕਾਰ ਲਿਖਦੇ ਨੇ ਵੀ 1453 ਤੱਕ ਯੂਰਪ ਦੇ ਵਿੱਚ ਇੱਕ ਅੰਧਕਾਰਮਈ ਯੁੱਗ ਜਾਂ ਅੰਧਕਾਰਮਈ ਕਾਲ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਸ ਸਮੇਂ ਯੂਰਪ ਦੇ ਲੋਕ ਸਾਮੰਤਵਾਦੀ ਪ੍ਰਥਾ ਅਤੇ ਪੋਪ ਦੇ ਜੋ ਉਦੇਸ਼ ਸੀ ਉਸ ਨੂੰ ਹੀ ਪਰਮਾਤਮਾ ਦਾ ਰੂਪ ਮੰਨ ਕੇ ਆਪਣਾ ਟਾਈਮ ਲੰਘਾ ਰਹੇ ਸੀ। ਸੋ ਲੋਕਾਂ ਨੇ ਤਾਂ ਸੋਚਣਾ ਸ਼ੁਰੂ ਕਰ ਦਿੱਤਾ, ਤਾਂ ਇਸੇ ਕਾਲ ਨੂੰ ਇਸੇ ਕਰਕੇ ਇਸ ਨੂੰ ਪੁਨਰ ਜਾਗਰਣ ਕਹਿ ਸਕਦੇ ਹਾਂ। ਹੁਣ ਜੋ ਪੁਨਰ ਜਾਗਰਣ ਹੈ, ਪੁਨਰ ਜਾਗਰਣ ਦੇ ਕਈ ਕਾਰਨ ਹੁੰਦੇ ਨੇ। ਦੇਖੋ, ਕੋਈ ਵੀ ਕ੍ਰਾਂਤੀ ਹੁੰਦੀ ਹੈ, ਕੋਈ ਵੀ ਵਿਚਾਰ ਹੁੰਦਾ ਹੈ ਤਾਂ ਉਹਦੇ ਕਈ ਕਾਰਨ ਹੁੰਦੇ ਨੇ। ਜਿਵੇਂ ਸਾਡੇ 1857 ਦੀ ਕ੍ਰਾਂਤੀ ਹੋਈ ਸੀ, ਉਹਦੇ ਜੋ ਕ੍ਰਾਂਤੀ ਦੇ ਪਿੱਛੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਿਰਫ ਉਹ ਇਕੱਲੀ ਆਪਣਾ ਸੈਨਿਕਾਂ ਦੀ ਕ੍ਰਾਂਤੀ ਸੀ, ਜਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਕੱਲੇ ਉਹ ਸਾਡੇ ਝਾਂਸੀ ਦੀ ਰਾਣੀ ਜੀ ਸੀ ਉਸ ਦੀ ਕ੍ਰਾਂਤੀ ਸੀ। ਨਹੀਂ, ਉਹਦੇ ਪਿੱਛੇ ਕਈ ਕਾਰਨ ਹੁੰਦੇ ਨੇ। ਸੋ ਜੋ ਪੁਨਰ ਜਾਗਰਣ ਦੇ ਵੀ ਕਈ ਕਾਰਨ ਨੇ। ਸੋ ਪਹਿਲਾ ਕਾਰਨ ਹੈ ਧਰਮ ਯੁੱਧ। ਠੀਕ ਹੈ ਜੀ, ਧਰਮ ਯੁੱਧ ਕਿੱਥੇ ਲੜੇ ਗਏ ਸੀ? ਧਰਮ ਯੁੱਧ ਤੁਰਕਾਂ ਅਤੇ ਈਸਾਈਆਂ ਦੇ ਵਿਚਕਾਰ ਲੜਿਆ ਗਿਆ ਸੀ ਯਰੂਸ਼ਲਮ ਦੀ ਪ੍ਰਾਪਤੀ ਦੇ ਲਈ। ਇਹ ਜੋ ਯੁੱਧ ਸੀ ਇਹ ਉਹਨਾਂ ਦੇ ਵਿਚਕਾਰ 2 ਸਦੀਆਂ ਤੱਕ ਚੱਲਦਾ ਰਿਹਾ। ਇੰਨਾ ਲੰਬਾ ਸੰਘਰਸ਼ ਚੱਲਦਾ ਰਿਹਾ ਤੇ ਉਹਦੇ ਵਿੱਚ ਹੋਇਆ ਕੀ ਵੀ ਤੁਰਕ ਜਿੱਤ ਗਏ ਸੀ। ਸੋ ਇਸ ਨਾਲ ਕੀ ਹੋਇਆ? ਪੋਪ ਦੀ ਜੋ ਉਹਨਾਂ ਲੋਕਾਂ ਦੀ ਪੋਪ ਵਿੱਚ ਆਸਥਾ ਸੀ ਉਹ ਬਿਲਕੁਲ ਖਤਮ ਹੋ ਗਈ। ਤਾਂ ਉਹਨਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਵੀ ਨਹੀਂ, ਤੁਰਕ ਦੇ ਲੋਕ ਤੁਰਕ ਦੇ ਲੋਕ ਜਾਂ ਪੂਰਬ ਦੇ ਲੋਕ ਸਾਡੇ ਤੋਂ ਹੁਸ਼ਿਆਰ ਨੇ, ਉਹਨਾਂ ਪਿੱਛੇ ਕੀ ਕਾਰਨ ਨੇ
ਵੀ ਉਹਨਾਂ ਨੇ ਸਾਨੂੰ ਕਿਵੇਂ ਹਰਾਇਆ। ਇਸ ਤਰ੍ਹਾਂ ਦੀ ਸੋਚ ਚੱਲ ਕੇ ਉਹਨਾਂ ਦੀ ਅੱਗੇ ਪੁਨਰ ਜਾਗਰਣ ਦੀ ਕਿਰਿਆ ਆਰੰਭ ਹੋਣੀ ਸ਼ੁਰੂ ਹੋਈ। ਠੀਕ ਹੈ ਜੀ। ਉਸ ਤੋਂ ਬਾਅਦ ਕੁਸਤੂਨੀਆ ਦਾ ਵਿਘਟਨ। ਦੇਖੋ ਕੁਸਤੂਨੀਆ ਜੋ ਇੱਕ ਰਾਜ ਸੀਗਾ, ਇਹ ਪੂਰਬੀ ਜੋ ਆਪਣੇ ਰੋਮਨ ਸਾਮਰਾਜ ਦੀ ਪੂਰਬੀ ਰਾਜਧਾਨੀ ਸੀ। ਕੁਸਤੂਨੀਆ ਜੋ ਨਗਰ ਹੈ ਇਹ ਸਾਡੇ ਪੂਰਬੀ ਰੋਮਨ ਸਾਮਰਾਜ ਦੀ ਰਾਜਧਾਨੀ ਸੀ। ਇਹ ਇੱਕ ਬਹੁਤ ਵਧੀਆ ਉਦਯੋਗ ਕੇਂਦਰ ਸੀ, ਇਹ ਚਿੱਤਰਕਲਾ ਦਾ ਕੇਂਦਰ ਸੀਗਾ, ਇਹ ਗਿਆਨੀ ਲੋਕਾਂ ਦਾ ਇੱਕ ਕਹਿ ਲਓ ਹੱਬ ਸੀਗਾ, ਅਤੇ ਉੱਥੇ ਗਿਆਨੀ ਲੋਕ ਹੀ ਰਹਿੰਦੇ ਸੀ। ਪਰ ਹੋਇਆ ਕਿ ਜਦੋਂ ਤੁਰਕਾਂ ਨੇ ਕੁਸਤੂਨੀਆ ਨੂੰ ਜਿੱਤਿਆ ਤਾਂ ਉੱਥੋਂ ਦੇ ਜੋ ਵਿਦਵਾਨ ਲੋਕ ਸੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਤੁਰਕਾਂ ਦੇ ਅਧੀਨ ਨਹੀਂ ਰਵਾਂਗੇ, ਤਾਂ ਉਹ ਉੱਥੋਂ ਚੱਲ ਕੇ ਯੂਰਪ ਦੇ ਕਈ ਕੰਟਰੀ ਜਿਵੇਂ ਕਿ ਇਟਲੀ ਹੋ ਗਿਆ, ਫਰਾਂਸ ਹੋ ਗਿਆ, ਇੰਗਲੈਂਡ ਹੋ ਗਿਆ, ਉੱਥੇ ਚਲੇ ਗਏ। ਇਸ ਤਰ੍ਹਾਂ ਕੀ ਹੋਇਆ, ਜਿਹੜੇ ਯੂਰਪ ਦੇ ਵਿੱਚ ਲੋਕ ਸੀਗੇ ਉਹ ਵਿਦਵਾਨਾਂ ਨੂੰ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੇ ਵਿਚਾਰ ਪੜ੍ਹੇ, ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਕਰਕੇ ਉਹਨਾਂ ਦੇ ਨਵੇਂ ਵਿਚਾਰ ਪੈਦਾ ਹੋਏ। ਸੋ ਕੁਸਤੂਨੀਆ ਦਾ ਵਿਘਟਨ ਵੀ ਬਹੁਤ ਵੱਡੀ ਘਟਨਾ ਮੰਨੀ ਜਾਂਦੀ ਹੈ ਪੁਨਰ ਜਾਗਰਣ ਦੇ ਸਮੇਂ ਦੇ ਵਿੱਚ। ਫਿਰ ਉਸ ਤੋਂ ਬਾਅਦ ਕੀ ਹੁੰਦਾ ਜੀ, ਮੁਗਲ ਸਾਮਰਾਜ। ਮੁਗਲ ਸਾਮਰਾਜ ਜੋ ਕਿ ਕੁਬਲੀ ਖਾਂ ਦੇ ਅਧੀਨ ਸੀਗਾ। ਮੁਗਲ ਸਾਮਰਾਜ ਜੋ ਕਿ ਕੁਬਲੀ ਖਾਂ ਦੇ ਅਧੀਨ ਸੀਗਾ, ਪੂਰਬ ਦਾ ਇੱਕ ਰਾਜ ਸੀ, ਪੂਰਬ ਦੇ ਵਿੱਚ ਇਹਨਾਂ ਦਾ ਰਾਜ ਸੀ। ਜਦੋਂ ਇਟਲੀ ਦਾ ਮਾਰਕ ਪੋਲੋ ਇਸ ਦੇ ਦਰਬਾਰ ਵਿੱਚ ਮਿਲਿਆ, ਨਾਮ ਨੋਟ ਕਰ ਲਓ, ਬਹੁਤ ਇੰਪੋਰਟੈਂਟ ਹੈ। ਕੁਬਲੀ ਖਾਂ ਦੇ ਦਰਬਾਰ ਵਿੱਚ ਕਿਹੜਾ ਇਟਲੀ ਦਾ ਜੋ ਯਾਤਰੀ ਸੀ ਆਇਆ ਸੀ, ਮਾਰਕ ਪੋਲੋ। ਮਾਰਕ ਪੋਲੋ ਜਦੋਂ ਮਿਲਿਆ ਤਾਂ ਉਸਨੇ ਬਹੁਤ ਸਾਰਾ ਉੱਥੇ ਆਪਣਾ ਤਜਰਬਾ ਕੀਤਾ, ਐਕਸਪੀਰੀਅੰਸ ਕੀਤਾ, ਬਹੁਤ ਲੋਕਾਂ ਨੂੰ ਮਿਲਿਆ ਵੀ ਇਹ ਲੋਕ ਸਾਡੇ ਤੋਂ ਕਿਉਂ ਤਕੜੇ ਨੇ, ਕਿਉਂਕਿ ਇਹ ਯੁੱਧ ਮਤਲਬ ਕੀ ਸੀਗਾ ਵੀ ਜੋ ਈਸਾਈ ਲੋਕ ਸੀਗੇ ਉਹਨਾਂ ਦੀ ਇਹ ਧਾਰਨਾ ਟੁੱਟ ਚੁੱਕੀ ਸੀ ਵੀ ਜੋ ਪ੍ਰਮਾਤਮਾ ਹੈ ਜਾਂ ਉਹ ਈਸਾਈ ਨੇ, ਸਭ ਤੋਂ ਉੱਤੇ ਨੇ। ਸੋ ਇਸ ਨੇ ਜਾ ਕੇ ਦੂਸਰੇ ਲੋਕਾਂ ਨੂੰ ਦੱਸਿਆ, ਇਟਲੀ ਦੇ ਵਿੱਚ ਦੱਸਿਆ ਵੀ ਕਿਉਂ ਲੋਕ ਉਹ ਸਾਡੇ ਤੋਂ ਅੱਗੇ ਨੇ। ਇਸ ਤਰ੍ਹਾਂ ਲੋਕਾਂ ਦੇ ਵਿੱਚ ਤਰਕ ਸ਼ਕਤੀ ਦਾ ਵਿਕਾਸ ਹੋਇਆ, ਮਾਨਵਵਾਦ ਦਾ ਵਿਕਾਸ ਹੋਇਆ। ਠੀਕ ਹੈ ਜੀ। ਲੋਕਾਂ ਦੀਆਂ ਪੁਰਾਣੀਆਂ ਧਾਰਨਾਵਾਂ ਟੁੱਟੀਆਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਾਮੰਤਵਾਦ ਦਾ ਪਤਨ। ਦੇਖੋ ਸਾਮੰਤਵਾਦ ਕੀ ਸੀ? ਸਾਮੰਤਵਾਦ ਇਹ ਸੀਗਾ ਜੋ ਫਿਊਡਲ ਸ਼ਬਦ ਹੈ ਉਸ ਦਾ ਮਤਲਬ ਹੁੰਦਾ ਹੈ ਭੂਮੀ ਭਾਗ। ਠੀਕ ਹੈ। ਫਿਊਡਲ ਸ਼ਬਦ ਅਸੀਂ ਪੜ੍ਹਦੇ ਹਾਂ ਫਿਊਡਲਿਜ਼ਮ ਯਾਨੀ ਕਿ ਸਾਮੰਤਵਾਦ, ਉਸ ਦਾ ਮਤਲਬ ਹੁੰਦਾ ਕੁਝ ਭੂਮੀ। ਦੇਖੋ ਜਦੋਂ ਉਸ ਸਮੇਂ ਯੂਰਪ ਦੇ ਵਿੱਚ ਰੋਮ ਦੇ ਵਿੱਚ ਕੀ ਸੀਗਾ, ਕੁਝ ਜੋ ਸੰਮਤ ਸੀਗੇ ਉਹ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਦਿੰਦੇ ਸੀ ਅਤੇ ਉਹਨਾਂ ਤੋਂ ਕੁਝ ਪੈਸੇ ਲੈ ਲੈਂਦੇ ਸੀ। ਪਰ ਕੀ ਆ, ਉਹ ਬੜੀ ਉਹਨਾਂ ਦੀ ਖਸਤਾ ਹਾਲਤ ਸੀ, ਉਹਨਾਂ ਤੋਂ ਪੈਸੇ ਜ਼ਿਆਦਾ ਲੈ ਲਏ ਜਾਂਦੇ ਸਨ। ਸੋ ਸੰਮਤਵਾਦ ਦਾ ਜਦੋਂ ਪਤਨ ਹੋਇਆ ਤਾਂ ਲੋਕਾਂ ਨੇ ਇਹ ਸੋਚਿਆ ਵੀ ਕਿਉਂ ਅਸੀਂ ਵੀ ਰਾਜ ਕਰ ਸਕਦੇ ਹਾਂ। ਸੋ ਜੋ ਕਿਸਾਨ ਲੋਕ ਸੀ ਉਹਨਾਂ ਨੇ ਵਿਦਰੋਹ ਕੀਤਾ, ਕਿਸਾਨਾਂ ਨੇ ਵਿਦਰੋਹ ਕੀਤਾ ਜਦੋਂ, ਤਾਂ ਉਹ ਕੀ ਹੋਇਆ, ਉਸ ਸਮੇਂ ਦੀ ਸਰਕਾਰ ਨੂੰ ਵੀ ਉਸ ਵਿਦਰੋਹ ਨੂੰ ਮੰਨਣਾ ਪਿਆ ਅਤੇ ਉਹਨਾਂ ਨੂੰ ਆਪਣਾ ਹਿੱਸਾ ਦੇਣਾ ਪਿਆ ਰਾਜ ਦੇ ਵਿੱਚ। ਇਸੇ ਤਰ੍ਹਾਂ ਸਾਡਾ ਜੋ ਲੋਕਤੰਤਰੀ ਸ਼ਾਸਨ ਵੀ ਇਸ ਤਰ੍ਹਾਂ ਹੀ ਬਣਿਆ ਸੀਗਾ। ਠੀਕ ਹੈ ਜੀ। ਮੁਗਲ ਸਾਮਰਾਜ ਮਾਫ ਕਰਨਾ ਸੰਮਤਵਾਦ ਦਾ ਪਤਨ ਹੋਇਆ। ਸੰਮਤਵਾਦੀ ਪਤਨ ਤੋਂ ਬਾਅਦ ਲੋਕਾਂ ਨੇ ਆਪਦਾ ਵਿਕਾਸ ਕੀਤਾ। ਉਸ ਤੋਂ ਬਾਅਦ ਕੀ ਹੋਇਆ, ਨੈਕਸਟ ਪੁਆਇੰਟ ਹੈ, ਬਹੁਤ ਇੰਪੋਰਟੈਂਟ ਪੁਆਇੰਟ ਰਹਿ ਗਿਆ, ਮੱਧ ਵਰਗ ਦਾ ਵਿਕਾਸ। ਤੁਸੀਂ ਇਹ ਦੇਖੋ ਕਦੇ ਵੀ ਕੋਈ ਕ੍ਰਾਂਤੀ ਹੋਵੇਗੀ, ਤਾਂ ਉਸ ਦੇ ਵਿੱਚ ਜੇਕਰ ਮੱਧ ਵਰਗ ਦੇ ਲੋਕਾਂ ਨੇ ਹਿੱਸਾ ਨਾ ਪਾਇਆ ਹੋਵੇ ਤਾਂ ਉਹ ਕ੍ਰਾਂਤੀ ਕਦੇ ਵੀ ਸਫਲ ਨਹੀਂ ਹੁੰਦੀ। ਜਿਵੇਂ ਕਿ 1857 ਦਾ ਵਿਦਰੋਹ ਸਾਡਾ ਅਸਫਲ ਕਿਉਂ ਹੋਇਆ, ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਸੀ ਵੀ ਮੱਧ ਵਰਗ ਦੇ ਜੋ ਲੋਕ ਸੀ ਉਸ ਸਮੇਂ ਦੇ, ਉਹਨਾਂ ਨੇ ਕਿਸਾਨਾਂ ਦਾ, ਰਾਜਿਆਂ ਦਾ ਸਾਥ ਨਹੀਂ ਦਿੱਤਾ। ਜਿਵੇਂ ਕਿ ਮੱਧ ਵਰਗ ਦੇ ਵਿੱਚ ਕਿਹੜੇ ਲੋਕ ਆਏ ਨੇ, ਜਿਵੇਂ ਕਹਾਣੀਕਾਰ ਹੋ ਗਏ, ਵਿਦਵਾਨ ਹੋ ਗਏ, ਇੰਜੀਨੀਅਰ ਹੋ ਗਏ, ਡਾਕਟਰ ਹੋ ਗਏ, ਉਹਨਾਂ ਨੇ ਕੀ ਕੀਤਾ ਸੀ, 1857 ਵਿੱਚ ਸਾਡਾ ਸਾਥ ਨਹੀਂ ਦਿੱਤਾ ਸੀ, ਜੋ ਸਾਡੀ ਕ੍ਰਾਂਤੀ ਫੇਲ ਹੋ ਚੁੱਕੀ ਸੀ। ਇਸੇ ਤਰ੍ਹਾਂ ਕੀ ਹੋਇਆ, ਮੱਧ ਵਰਗ ਦਾ ਵਿਕਾਸ ਹੋਇਆ ਇਟਲੀ ਦੇ ਵਿੱਚ। ਠੀਕ ਹੈ। ਇਟਲੀ ਦੇ ਵਿੱਚ ਮੱਧ ਵਰਗ ਦਾ ਵਿਕਾਸ ਹੋਇਆ। ਪੂਰੇ ਯੂਰਪ ਦੇ ਵਿੱਚ ਮੱਧ ਵਰਗ ਦੇ ਲੋਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਨੂੰ ਜਾਣਾਉਣਾ ਸ਼ੁਰੂ ਕਰ ਦਿੱਤਾ। ਇਹ ਉਸ ਦੀਆਂ ਰਚਨਾਵਾਂ ਦੱਸਦੀਆਂ ਸਨ ਵੀ ਮਾਨਵਤਾਵਾਦ ਕਿੱਡੀ ਵੱਡੀ ਚੀਜ਼ ਹੈ ਅਤੇ ਮਾਨਵ ਕਿੰਨਾ ਮਹਾਨ ਹੈ। ਸੋ ਉਸ ਨੂੰ ਕਿਸੇ ਵੀ ਪੋਪ ਦੀ ਕੋਈ ਮਤਲਬ ਡਰਨ ਦੀ ਲੋੜ ਨਹੀਂ। ਸੋ ਇਹ ਜੋ ਵਿਕਾਸ ਹੋਇਆ ਮੱਧ ਵਰਗ ਦਾ, ਇਸ ਨੇ ਹੀ ਪੂਰੇ ਯੂਰਪ ਦੀ ਜੋ ਰਾਜਨੀਤੀ ਸੀ ਬਦਲ ਕੇ ਰੱਖ ਦਿੱਤੀ। ਲੋਕਾਂ ਦਾ ਜੋ ਕੰਮ ਕਰਨ ਦਾ ਢੰਗ ਸੀ ਬਦਲ ਕੇ ਰੱਖ ਦਿੱਤਾ ਸੀਗਾ। ਹੁਣ ਦੇਖੋ, ਹੁਣ ਅਸੀਂ ਕਰਨੇ ਹਾਂ ਇਟਲੀ 'ਤੇ। ਇਟਲੀ ਦੇ ਵਿੱਚ ਵਿਕਾਸ ਕਿਉਂ ਹੋਇਆ? ਪੁਨਰ ਜਾਗਰਣ ਅਸੀਂ ਪੜ੍ਹਦੇ ਹਾਂ ਵੀ ਜੋ ਪੁਨਰ ਜਾਗਰਣ ਦਾ ਜੋ ਸ਼ੁਰੂਆਤ ਹੋਈ ਆ ਉਹ ਇਟਲੀ ਦੇ ਫਲੋਰਸ ਨਗਰ ਤੋਂ ਹੋਈ ਹੈ। ਅਸੀਂ ਪੜ੍ਹਦੇ ਹਾਂ, ਪੇਪਰ ਵਿੱਚ ਇਹ ਪੁੱਛ ਸਕਦੇ ਆ ਵੀ ਪੁਨਰ ਜਾਗਰਣ ਦੀ ਜੋ ਸ਼ੁਰੂਆਤ ਹੈ ਉਹ ਕਿੱਥੋਂ ਮੰਨੀ ਜਾਂਦੀ ਹੈ, ਤਾਂ ਪੁਨਰ ਜਾਗਰਣ ਦੀ ਜੋ ਸ਼ੁਰੂਆਤ ਹੈ ਇਟਲੀ ਤੋਂ ਮੰਨੀ ਜਾਂਦੀ ਹੈ, ਫਲੋਰਸ ਨਗਰ ਤੋਂ। ਪਰ ਉੱਥੇ ਕਿਉਂ ਮੰਨੀ ਜਾਂਦੀ ਹੈ? ਕਿਉਂਕਿ ਇਟਲੀ ਇੱਕ ਮਹਾਨ ਕੇਂਦਰ ਬਣ ਚੁੱਕਿਆ ਸੀ ਕੁਸਤੂਨੀਆ ਤੋਂ ਬਾਅਦ। ਠੀਕ ਹੈ। ਉੱਥੇ ਮਹਾਨ ਲੋਕ ਰਹਿਣ ਲੱਗ ਗਏ ਸੀ ਅਤੇ ਆਪਣੀ ਰਚਨਾਵਾਂ, ਆਪਣੇ ਚਿੱਤਰਕਾਰੀ ਰਾਹੀਂ ਲੋਕਾਂ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ ਸੀ। ਅਤੇ ਇਟਲੀ ਦਾ ਹੀ
जो महान कवि होया दांते, इटली का महान कवि होया दांते, जिसने कि डिवाइन कमेडी की रचना लिखी। पेपर में सीधा पूछ सकते हैं भी दांते की जो रचना है वो किहड़ी है, तो वह है डिवाइन कमेडी। ठीक है, तो दांते नूं पुनर्जागरण का पिता भी मन्निया जाता है। दांते नूं की मन्निया जाता है? पुनर्जागरण का पिता मन्निया जाता है। इस विच दांते ने की लिखिया, इसने इस विच ये दस्सिया है भी जो स्वर्ग हुंदा है, असल स्वर्ग भी सानू जो इस धरती ते असीं जिउ रहे हैं उत्थे ही स्वर्ग है, उत्थे ही नरक है। सो इसने पादरियां दे जो धार्मिक जीवन सी अडंबर सीगे उसनूं जग जाहिर किया। तो जो डिवाइन कमेडी की खासियत होर है, उसने उस समय की जो भाषा सी उस विच इसका प्रयोग नहीं किया। इसने जो इटली विच बोली जाती है टस्कन भाषा विच इसका मतलब की सी प्रयोग किया, एक किताब लिखी। सो एक किताब नूं जो लोगों ने पढ़िया, लोगों के विचार अगे गए, तो लोगों के विच जागृति पैदा हुई, लोग अपने सुख बारे समझना शुरू कर दिता, पादरियां का विरोध करना शुरू कर दिता। सो इस तरह दांते नूं पुनर्जागरण का पिता भी कहा जाता है। उस विचों जो कुछ इंपोर्टेंट ने मैं वो इधर लिख रखे ने। तो एक होया पैट्रिक नूं शब्द याद रखियो, पैट्रिक। इसनूं मानवतावाद का पिता मन्निया जाता है, क्योंकि ये पहला इंसान सी जिसने मानव का गुणगान किया, ना कि पोप का गुणगान किया, ना ही ईसाइयों का गुणगान किया, ना ही चर्च का गुणगान किया। ये क्योंकि असीं यूरोप की गल कर रहे हैं, सो मानव का उसने गुणगान किया, इस करके मानववाद का पिता पैट्रिक नूं कहा जाता है। तो पैट्रिक ने की किया, पैट्रिक का उद्देश्य की सी? धर्म की थां ते मानवता नूं पहल दिती। धर्म बाद च, जो थोड़ी मानवता है, ह्यूमैनिटी है, वो सब तो पहला, मनुखी सुख पहला, धर्म बाद च। सो ये गल्लां करके पूरे यूरोप के विच ते इटली दे विच जो गढ़ बन चुक्या सी, हब बन चुक्या सी विद्वानां दा, उसने सारे यूरोप के विच ही हौली हौली लोगों नूं जगाउणा शुरू कर दिता। तो उस तो बाद इटली के जो 3 महान कलाकार ने, उन्हां बारे जे तुसीं नहीं जानते तो पुनर्जागरण का तुहाडा चैप्टर क्लीयर नहीं होगा। सो पहला कवि पहला जो चित्रकार होया, इंजीनियर होया, ये बंदा हर एक तरह के काम विच परिपक्व सीगा। पर हैरानी की गल ये सी भी ये अज तक, मतलब ये उदों तक ना किसी स्कूल च पढ़िया सी, ना किसी कॉलेज च पढ़िया सी, ना किसी ने इन्हें डिग्री ली सी, पर इस दे चित्र सीगे, जां इसके जो विग्यानी भी होया, इंजीनियर भी है, तो जो इसने चित्र बनाए उसने की किया, पूरे जो इटली दे विच या पूरे यूरोप के विच इसकी बहुत प्रशंसा हुई, क्योंकि इसने पादरियां दे उत्ते बिल्कुल अटैक किया सी उस समय दे। लिनार्डो विंसी इसने 2 चित्र बनाए जो कि बहुत ही वधिया ने, पेपर दे विच पुछ सकते हैं। सो पहला चित्र किहड़ा सी? द लास्ट सपर नाम का चित्र बनाया। दूसरा सी मोनालिसा। ठीक है जी, ये पेपर भी पूछ सकते हैं भी मोनालिसा किसदी कृत है, तो लिनार्डो विंसी दी। ते लास्ट सपर किसदी है? लिनार्डो विंसी दी। दूसरा जो इंपोर्टेंट इटली का कलाकार होंदा है वो होंदा है माइकल एंजलो ने की किया सी? इसने भी 2 चित्र बनाए सी जिहड़े कि पूरे यूरोप के विच मशहूर होए। ये भी इटली का कलाकार सीगा। इसने बनाया द लास्ट जजमेंट। दूसरा बनाया द फॉल ऑफ मैन। ठीक है जी, ये पेपर विच पूछ सकते हैं। सो कृपा करके तुसीं एक अपनी कापी लो, उस विच इसनूं नोट करते रहो, तो जिन्ना तक तुहाडे वीडियो याद नहीं हुंदी इसनूं बार-बार सुनने की कोशिश करो। तीसरा कलाकार सी रफेल। तीसरा कलाकार कौन सीगा? रफेल, जो कि ये भी इटली का ही सी। इसने की लिखी? मडोना। इसने चित्र बनाया सी मडोना का चित्र असीं अक्सर देखते हैं अपने जो ईसा मसीह की माँ सी ना, उसका इसने चित्र बनाया सी मडोना नाम का चित्र, जो कि अज भी साडे जो इतिहास दे विच बहुत ही इंपोर्टेंट मन्निया जाता, लोग उसनूं मनते हैं। सो इस तरह नाल पुनर्जागरण की जो शुरुआत हुई तो पुनर्जागरण के जो कारण सी ये सीगे। तो अगली वीडियो विच भी तुहानूं मैं पुनर्जागरण ही करावांगा। सो दोस्तों, वीडियो चंगी लगे तो प्लीज़ लाइक कर दिया करो, शेयर कर दिया करो, थोड़े चैनल है। तो मैनू कदे ये लगता भी मैं जेकर कुछ विद्यार्थियों की हैल्प कर सकां, किसी के हंझू पूंझ सकां, किसी के दुख नूं मैं समझ सके, ये वीडियो बनाउण लग्या, क्योंकि सारे जिन्ने भी यूट्यूब चैनल ने अज के युग दे विच पंजाबी दे विच किसी ने भी तुहानूं पुनर्जागरण की वीडियो तुहानूं नहीं मिलेगी। सो ये तुहाडा प्यार ही है, तुहाडे हौसले करके ही मैं वीडियो बना सकिया। तुहाडा बहुत बहुत धन्नवाद। वीडियो चंगी लगे प्लीज़ शेयर करियो, बाकी अगली वीडियो थोड़े सामने लैके आवांगे। बहुत बहुत धन्नवाद।